ਮੇਰੇ ਵੱਲੋਂ ਸਾਡੀ ਕਮੇਟੀ ਵੱਲੋਂ ਪਿੰਡ ਵੱਲੋਂ ਜਿਹੜਾ ਸਿਮਰਜੀਤ ਸਿੰਘ ਮਾਨ ਦੇ ਨੌਜਵਾਨ ਬੱਚਾ ਨਸ਼ੇੜੀ ਨਾ ਹੋਵੇ ਉਹਦਾ ਟੈਸਟ ਕਰਾਵਾਂਗੇ ਕਿ ਨਸ਼ੇ ਵਿੱਚ ਇਹ ਕੰਮ ਕੀਤਾ। ਇਹਦੀ ਪੱਗ ਲਾ ਕੇ ਮੂੰਹ ਤੇ ਜੁੱਤੀ ਮਾਰ ਕੇ ਲੈ ਕੇ ਆਵੇ, ਅਸੀਂ ਉਹਨੂੰ ਉਸੇ ਦਿਨ 5,01,000 ਰੁਪਇਆ ਇਨਾਮ ਦੇਵਾਂਗੇ। ਭਗਤ ਸਿੰਘ ਸ਼ਹੀਦ ਹੈ ਜੀ, ਦੇਸ਼ ਦਾ ਸ਼ਹੀਦ ਹੈ ਜੀ, ਮੇਰੇ ਇਕੱਲੇ ਦਾ ਸ਼ਹੀਦ ਨਹੀਂ ਹੈਗਾ ਜੀ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਜੀ, ਮੇਰੀ ਉਮਰ 55 ਸਾਲ ਦੀ ਹੋ ਗਈ। 7 ਸਾਲ ਤੋਂ ਜਦੋਂ ਪਤਾ ਚੱਲਿਆ, ਕਮੇਟੀ ਦਾ ਮੈਨੂੰ ਪ੍ਰਧਾਨ ਬਣਾਇਆ ਜੀ, ਸਾਵੇ ਮੁੱਦਾ ਕਰੀਬ ਬਹੁਤ ਲਾਗੇ ਪਹੁੰਚ ਗਿਆ। ਸਿਮਰਜੀਤ ਸਿੰਘ ਮਾਨ ਨੇ 2 ਸਾਲ ਪਹਿਲਾਂ ਬੋਲਿਆ ਜੀ, ਮੈਂ ਇਹਨੂੰ ਫੋਨ ਕੀਤਾ, ਫੋਨ ਤੇ ਕਿਹਾ ਤੁਸੀਂ ਇਹ ਨਾ ਭਾਸ਼ਾ ਬੋਲੋ। ਉਸ ਤੋਂ ਬਾਅਦ ਫਿਰ ਇਹਨੇ ਦੁਬਾਰਾ ਇਹ ਲਫ਼ਜ਼ ਬੋਲਿਆ, ਅੱਤਵਾਦੀ। ਭਗਤ ਸਿੰਘ ਜੀ ਅੱਤਵਾਦੀ ਗੁੰਡਾ ਟੈਰਰਿਸਟ ਸੀ, ਲੇਕਿਨ ਉਹ ਅੰਗਰੇਜ਼ਾਂ ਲਈ ਸੀ। ਸ੍ਰੀ ਸਾਹਿਬ ਵੱਡੀ ਕਿਰਪਾਨ ਅੰਦਰ ਨਹੀਂ ਲੈ ਕੇ ਜਾਣ ਦੇਣੀ, ਉੱਥੇ ਤੇ ਨਹੀਂ ਮਰਿਆਦਾ। ਤੇ ਇਹਨੇ ਧਰਮ ਦੇ ਨਾਂ ਤੇ ਉਹ ਵੋਟਾਂ ਲਈਆਂ 2-2 ਲੱਖ ਸੰਨ 90 ਦੇ ਆਸ-ਪਾਸ, ਤੇ ਇਹਦੇ ਕੈਂਡੀਡੇਟ ਜਿੱਤੇ ਜੀ। ਸਾਨੂੰ ਬੜੀ ਖੁਸ਼ੀ ਹੋਈ, ਅਸੀਂ ਵੀ ਵੋਟਾਂ ਪਾਈਆਂ, ਪਰ ਚਲੋ ਅਸੀਂ ਤਾਂ ਬੱਚੇ ਸੀਗੇ ਜੀ। ਸਾਡੇ ਨਵਾਂ ਸ਼ਹਿਰ ਦਾ MLA ਸੀਗਾ ਜੀ ਸਰਦਾਰ ਦਿਲਬਾਗ ਸਿੰਘ, 35 ਸਾਲ MLA ਰਿਹਾ ਜੀ। ਉਹ ਅਨਪੜ੍ਹ ਸੀਗਾ ਜੀ, ਅਨਪੜ੍ਹ ਸੀ, 35 ਸਾਲ MLA ਰਿਹਾ। ਗੱਲ ਕਰਦੇ ਸੀਗੇ ਸਿਮਰਜੀਤ ਸਿੰਘ ਮਾਨ ਅੱਜ ਮੈਂਬਰ ਪਾਰਲੀਮੈਂਟ ਬਣ ਗਿਆ, ਅਨਪੜ੍ਹ ਨਹੀਂ ਹੈਗਾ, IPS ਰਿਟਾਇਰ ਹੋਇਆ, ਪਕਸੇ ਨੂੰ ਅੱਤਵਾਦੀ ਕਹਿ ਰਿਹਾ। ਕਿਉਂਕਿ ਸਿਮਰਜੀਤ ਸਿੰਘ ਜਿਹੜਾ ਮਾਨ ਜਿੱਤਿਆ, ਇੱਕ ਦੀਪ ਸਿੱਧੂ ਤੇ ਮੂਸੇਵਾਲੇ ਦੇ SYL ਗਾਣੇ ਦੇ ਸੰਬੰਧ ਤੇ ਜਿੱਤਿਆ, ਹੋਰ ਇਹਦੀ ਕੋਈ ਐਡੀ ਜਿੱਤਣ ਵਾਲੀ ਔਕਾਤ ਨਹੀਂ ਸੀ। ਮੇਰੇ ਵੱਲੋਂ ਸਾਡੀ ਕਮੇਟੀ ਵੱਲੋਂ ਪਿੰਡ ਵੱਲੋਂ ਜਿਹੜਾ ਸਿਮਰਜੀਤ ਸਿੰਘ ਮਾਨ ਦੇ ਨੌਜਵਾਨ ਬੱਚਾ ਨਸ਼ੇੜੀ ਨਾ ਹੋਵੇ ਉਹਦਾ ਟੈਸਟ ਕਰਾਵਾਂਗੇ ਕਿ ਨਸ਼ੇ ਵਿੱਚ ਇਹ ਕੰਮ ਕੀਤਾ। ਇਹਦੀ ਪੱਗ ਲਾ ਕੇ ਮੂੰਹ ਤੇ ਜੁੱਤੀ ਮਾਰ ਕੇ ਲੈ ਕੇ ਆਵੇ, ਅਸੀਂ ਉਹਨੂੰ ਉਸੇ ਦਿਨ 5,01,000 ਰੁਪਇਆ ਇਨਾਮ ਦੇਵਾਂਗੇ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਬਿਆਨ ਸੁਣਿਆ, ਬਿਆਨ ਤੇ ਵਿਵਾਦ ਖੜਾ ਹੋਇਆ। ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਅੱਜ ਪਿੰਡ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ, ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਸਿਮਰਜੀਤ ਸਿੰਘ ਮਾਨ ਦਾ, ਔਰ ਉਸ ਦੇ ਵਿੱਚ ਇੱਕ ਬਿਆਨ ਆਇਆ, ਔਰ ਬਿਆਨ ਜਿਹੜਾ ਅੱਗ ਵਾਂਗ ਫੈਲ ਗਿਆ। ਔਰ ਕੁਝ ਲੋਕ ਇਹ ਵੀ ਕਹਿੰਦੇ ਸੁਣੇ ਗਏ ਕਿ ਕਿਤੇ ਨਾ ਕਿਤੇ ਦਸਤਾਰ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ। ਜਿਨ੍ਹਾਂ ਨੇ ਬਿਆਨ ਦਿੱਤਾ ਸਾਡੇ ਨਾਲ ਮੌਜੂਦ ਨੇ ਜਸਵੰਤ ਭਾਟਾ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਉਹ ਇਸ ਸਾਰੇ ਮਾਮਲੇ 'ਤੇ ਕੀ ਕਹਿਣਾ ਚਾਹੁੰਦੇ ਆ। ਸਰ, ਕੀ ਲੱਗਾ ਔਰ ਕੀ ਸੋਚ ਕੇ ਆਪਾਂ ਇਹ ਬਿਆਨ ਦਿੱਤਾ ਸੀ? ਇਸ ਤਰ੍ਹਾਂ ਜੀ, ਜਿਹੜਾ ਇਹ ਬਿਆਨ ਦਿੱਤਾ, ਭਗਤ ਸਿੰਘ ਸ਼ਹੀਦ ਹੈ ਜੀ, ਦੇਸ਼ ਦਾ ਸ਼ਹੀਦ ਹੈ ਜੀ, ਮੇਰੇ ਇਕੱਲੇ ਦਾ ਸ਼ਹੀਦ ਨਹੀਂ ਹੈਗਾ ਜੀ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਜੀ, ਮੇਰੀ ਉਮਰ 55 ਸਾਲ ਦੀ ਹੋ ਗਈ। 7 ਸਾਲ ਤੋਂ ਜਦੋਂ ਪਤਾ ਚੱਲਿਆ, ਕਮੇਟੀ ਦਾ ਮੈਨੂੰ ਪ੍ਰਧਾਨ ਬਣਾਇਆ ਜੀ, ਸਾਵੇ ਮੁੱਦਾ ਕਰੀਬ ਬਹੁਤ ਲਾਗੇ ਪਹੁੰਚ ਗਿਆ ਜੀ। ਤੇ ਇਸ ਮੁੱਦੇ ਦੀ ਸਾਰੇ ਸਪੋਰਟ ਕਰ ਰਹੇ, ਕਿਉਂਕਿ ਭਗਤ ਸਿੰਘ ਮੇਰਾ ਕਿਹੜੇ ਇਕੱਲੇ ਦਾ। ਰਹੀ ਗੱਲ ਸਿਮਰਜੀਤ ਸਿੰਘ ਮਾਨ ਦੀ, ਸਿਮਰਜੀਤ ਸਿੰਘ ਮਾਨ ਨੇ 2 ਸਾਲ ਪਹਿਲਾਂ ਬੋਲਿਆ ਜੀ, ਮੈਂ ਇਹਨੂੰ ਫੋਨ ਕੀਤਾ, ਫੋਨ ਤੇ ਕਿਹਾ ਤੁਸੀਂ ਇਹ ਨਾ ਭਾਸ਼ਾ ਬੋਲੋ। ਉਸ ਤੋਂ ਬਾਅਦ ਫਿਰ ਇਹਨੇ ਦੁਬਾਰਾ ਇਹ ਲਫ਼ਜ਼ ਬੋਲਿਆ, ਅੱਤਵਾਦੀ। ਭਗਤ ਸਿੰਘ ਜੀ ਅੱਤਵਾਦੀ ਗੁੰਡਾ ਟੈਰਰਿਸਟ ਸੀ, ਲੇਕਿਨ ਉਹ ਅੰਗਰੇਜ਼ਾਂ ਲਈ ਸੀਗਾ। ਉਹਨੇ ਸਾਡੇ ਦੇਸ਼ ਦਾ ਤਾਂ ਕੋਈ ਨੁਕਸਾਨ ਨਹੀਂ ਕੀਤਾ, ਕਿਸੇ ਦੀ ਲੁੱਟਮਾਰ ਨਹੀਂ ਕੀਤੀ। ਹਾਂਜੀ, ਤੇ ਮਤਲਬ ਸਿਮਰਜੀਤ ਸਿੰਘ ਮਾਨ ਨੇ ਇਹਦੇ 13 ਮੈਂਬਰ ਪਾਰਲੀਮੈਂਟ ਜਿੱਤੇ ਸੀ। ਇਹਨੂੰ ਉਦੋਂ ਵੀ ਪਤਾ ਸੀ ਕਿ ਮੈਂ ਸ੍ਰੀ ਸਾਹਿਬ ਵੱਡੀ ਕਿਰਪਾਨ ਅੰਦਰ ਨਹੀਂ ਲੈ ਕੇ ਜਾਣ ਦੇਣੀ, ਉੱਥੇ ਤੇ ਨਹੀਂ ਮਰਿਆਦਾ। ਤੇ ਇਹਨੇ ਧਰਮ ਦੇ ਨਾਂ ਤੇ ਉਹ ਵੋਟਾਂ ਲਈਆਂ 2-2 ਲੱਖ ਸੰਨ 90 ਦੇ ਆਸ-ਪਾਸ, ਤੇ ਇਹਦੇ ਕੈਂਡੀਡੇਟ ਜਿੱਤੇ ਜੀ। ਸਾਨੂੰ ਬੜੀ ਖੁਸ਼ੀ ਹੋਈ, ਅਸੀਂ ਵੀ ਵੋਟਾਂ ਪਾਈਆਂ, ਪਰ ਚਲੋ ਅਸੀਂ ਤਾਂ ਬੱਚੇ ਸੀਗੇ ਜੀ ਉਦੋਂ। ਦੂਜੀ ਗੱਲ ਜੀ, ਹੁਣ ਜਿੱਦਣ ਇਲੈਕਸ਼ਨ ਸੀਗੀ ਜੀ, ਅਸੀਂ ਭਗਤ ਸਿੰਘ ਵਾਲੀ ਵਰਦੀ ਪਾਉਣੇ, ਚਿੱਟਾ ਕੁੜਤਾ ਪਜਾਮਾ, ਆ ਪੀਲੀ ਪੱਗ ਬੰਨੀ ਹੋਈ ਆ ਮੈਂ, ਤੇ ਅਸੀਂ ਸੰਗਰੂਰ ਪਹੁੰਚੇ ਇਲੈਕਸ਼ਨ ਵਿੱਚ। ਸਾਨੂੰ ਉੱਥੇ ਆਮ ਲੋਕੀ ਸਮਝ ਰਹੇ ਸੀਗੇ ਅਸੀਂ ਆਮ ਆਦਮੀ ਪਾਰਟੀ ਵਾਲੇ ਹਾਂ, ਅਸੀਂ ਸੀਗੇ ਭਗਤ ਸਿੰਘ ਵਾਲੀ ਵਰਦੀ ਵਾਲੇ। ਤੇ ਉੱਥੇ ਫਿਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ, SSP ਸਾਹਿਬ ਕਹਿੰਦੇ ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਨੇ, ਸਾਡਾ ਕੋਈ ਕਿਸੇ ਨਾਲ ਸੰਬੰਧ ਨਹੀਂ। ਇਹਨਾਂ ਨੂੰ ਕਿਹਾ, ਇਹਨਾਂ ਨੇ ਪਰਵਾਹ ਨਹੀਂ ਕੀਤੀ, ਅਸੀਂ ਆ ਗਏ ਜੀ। ਹੁਣ ਇੱਕ ਜਿੱਦਾਂ ਸਾਡੇ ਨਵਾਂ ਸ਼ਹਿਰ ਦਾ MLA ਸੀਗਾ ਜੀ ਸਰਦਾਰ ਦਿਲਬਾਗ ਸਿੰਘ, 35 ਸਾਲ MLA ਰਿਹਾ ਜੀ। ਉਹ ਅਨਪੜ੍ਹ ਸੀਗਾ ਜੀ, ਅਨਪੜ੍ਹ ਸੀ, 35 ਸਾਲ MLA ਰਿਹਾ। ਗੱਲ ਕਰਦੇ ਸੀਗੇ ਸਿਮਰਜੀਤ ਸਿੰਘ ਮਾਨ ਅੱਜ ਮੈਂਬਰ ਪਾਰਲੀਮੈਂਟ ਬਣ ਗਿਆ, ਅਨਪੜ੍ਹ ਨਹੀਂ ਹੈਗਾ, IPS ਰਿਟਾਇਰ ਹੋਇਆ, ਪਕਸੇ ਨੂੰ ਅੱਤਵਾਦੀ ਕਹਿ ਰਿਹਾ। ਉਹਨੂੰ ਕੋਈ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਇਹ ਵੀ ਪਤਾ ਲੱਗਾ ਜਸਵੰਤ ਜੀ, ਤੁਸੀਂ ਉਹਨਾਂ ਦੇ ਘਰ ਵੀ ਗਏ ਇਸ ਮਸਲੇ ਨੂੰ ਲੈ ਕੇ, ਸਿਮਰਜੀਤ ਸਿੰਘ ਮਾਨ ਦੇ, ਤਾਂ ਫਿਰ ਉਦੋਂ ਕੀ ਹੋਇਆ ਇਲੈਕਸ਼ਨ ਵਿੱਚ? ਉਦੋਂ ਫਿਰ ਇੱਦਾਂ ਦੇਖਿਆ ਕਿ ਜਿਹੜੇ ਕੁਛ
ਨੌਜਵਾਨ ਸਿੱਖੀ ਤੋਂ ਜਾਂ ਪੰਜਾਬੀਅਤ ਤੋਂ ਭੁੱਲੇ ਹੋਏ ਆ, ਕਿਉਂਕਿ ਸਿਮਰਜੀਤ ਸਿੰਘ ਜਿਹੜਾ ਮਾਨ ਜਿੱਤਿਆ ਇੱਕ ਦੀਪ ਸਿੱਧੂ ਤੇ ਮੂਸੇਵਾਲੇ ਦੇ SYL ਗਾਣੇ ਦੇ ਸੰਬੰਧ ਤੇ ਜਿੱਤਿਆ ਜੀ। ਹੋਰ ਇਹਦੀ ਕੋਈ ਐਡੀ ਜਿੱਤਣ ਵਾਲੀ ਔਕਾਤ ਨਹੀਂ ਸੀਗੀ। ਕਾਂਗਰਸ ਨੇ ਪਹਿਲਾਂ ਬਹੁਤ ਮਾੜਾ ਕੀਤਾ ਜੀ, ਧਿਰ ਕੋਈ ਸੀਗੀ ਨਹੀਂ ਜੀ। ਜਿਹੜੇ ਰਹੀ ਭਾਜਪਾ ਵਾਲੀ ਗੱਲ ਜੀ, ਉਹ ਮੋਦੀ ਜੀ ਨੇ ਜ਼ਿਮੀਂਦਾਰਾਂ ਦਾ ਮੁੱਦਾ ਨਹੀਂ ਹੱਲ ਕੀਤਾ ਸੀ। ਸਿਮਰਜੀਤ ਸਿੰਘ ਮਾਨ ਰਹਿ ਗਿਆ ਜੀ। ਇਹਦੇ ਕੋਲ ਗਾਣੇ ਸੀਗੇ ਜੀ ਮੂਸੇਵਾਲੇ ਦੇ ਜੀ, ਦੀਪ ਸਿੱਧੂ ਸੀਗਾ, ਦੋਨੇ ਬੱਚੇ ਸੀਗੇ ਜੀ, ਉਹਨਾਂ ਦੇ ਸਿਰ ਤੇ ਜਿੱਤ ਗਿਆ ਜੀ। ਰਹੀ ਗੱਲ ਦਸਤਾਰ ਵਾਲੀ ਜੀ, ਮੈਂ ਪੰਜਾਬੀ ਹਾਂ, ਮੈਂ ਦਸਤਾਰ ਬੰਨ੍ਹਦਾ ਜੀ। ਮੇਰਾ ਪਰਿਵਾਰ ਪੂਰਾ ਗੁਰਸਿੱਖ ਹੈ ਜੀ। ਜੇ ਕਿਸੇ ਧਾਰਮੀ ਬੰਦੇ ਨੂੰ ਮੰਨ ਲਓ ਉਹ ਕੋਈ ਐਵੇਂ ਜਣਾ ਖਣਾ ਉੱਠ ਕੇ ਅੱਜ ਮੇਰੇ ਦਸਤਾਰ ਕਹਿਣ ਤੇ ਮਤਲਬ ਉਹਨਾਂ ਲੋਕਾਂ ਨੂੰ ਮੈਨੂੰ ਸਮਝ ਨਹੀਂ ਲੱਗਦੀ ਕਿਹੜੀ ਗੱਲ ਦੀ ਮਿਰਚ ਲੱਗੀ ਆ। ਜਿਸ ਦਿਨ ਭਗਤ ਸਿੰਘ ਨੂੰ ਅੱਤਵਾਦੀ ਉਹ ਕਹਿ ਰਿਹਾ, ਇਹਨਾਂ ਲੋਕਾਂ ਨੂੰ ਉਦਣ ਵੀ ਬੋਲਣਾ ਚਾਹੀਦਾ ਸੀ ਵੀ ਉਹ ਕਿਉਂ ਬੋਲ ਰਿਹਾ। ਹਾਂਜੀ, ਤੇ ਜਿਹੜੀ ਦਸਤਾਰ ਵਾਲੀ ਗੱਲ ਆ, ਮੈਂ ਇਹਨੂੰ ਵਾਪਸ ਲੈਣਾ, ਦਸਤਾਰ ਨਹੀਂ ਉਹਦੀ ਲਾਵਾਂਗੇ। ਮੈਨੂੰ ਕੁਝ ਕਮੈਂਟ ਆਏ, ਤੂੰ ਆਪਣੇ ਪੁੱਤ ਭੇਜ। ਮੈਂ ਆਪਣੇ ਪੁੱਤ ਵੀ ਭੇਜਾਂਗਾ, ਮੈਂ ਆਪ ਵੀ ਜਾਵਾਂਗਾ, ਅਸੀਂ ਉਹਦੇ ਜੁੱਤੀਆਂ ਮਾਰਾਂਗੇ। ਕਿਹਨਾਂ ਦੇ? ਜਿਹੜੀ ਸਿਮਰਜੀਤ ਸਿੰਘ ਮਾਨ ਦੇ, ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਦੇ। ਮੈਂ ਸਟੈਂਡ ਆ ਭਗਤ ਸਿੰਘ ਤੋਂ ਬਾਅਦ, ਅਸੀਂ ਭਗਤ ਸਿੰਘ ਵਾਲੀ ਜ਼ਰੂਰਤ ਤੇ ਖੜੇ ਆ, ਸਾਡੀ ਸਟੈਂਡ ਆ ਪੂਰੀ। ਮੈਨੂੰ ਇੱਕ ਨੇ ਕਿਹਾ ਤੁਸੀਂ ਕਹਿ ਦੋ ਇਹਦਾ ਗੱਲ ਘੁੰਮ ਗਈ, ਉੱਤੇ ਘੁੰਮ ਕੇ ਕਿਹਾ ਹੋਗੀ। ਬਿਲਕੁਲ ਨਹੀਂ ਕਿਹਾ ਹੋਗੀ। ਮੈਂ ਤਾਂ ਦਸਤਾਰ ਦੀ ਗੱਲ ਇਹ ਕੀਤੀ ਆ ਕਿ ਸਿਮਰਜੀਤ ਸਿੰਘ ਮਾਨ ਦਸਤਾਰ ਬੰਨਣ ਦੇ ਲਾਇਕ ਨਹੀਂ। ਹਾਂਜੀ, ਤੇ ਮਤਲਬ ਉਹਨੂੰ ਆਹ ਭਾਸ਼ਾ ਨਹੀਂ ਬੋਲਣੀ ਚਾਹੀਦੀ ਸੀ। ਅਗਰ ਕੋਈ ਧਾਰਮੀ ਬੰਦਿਆਂ ਦੇ ਦਿਲ ਤੇ ਠੇਸ ਪਹੁੰਚੀ ਆ, ਮੈਂ ਉਹਦੀ ਧਾਰਮੀ ਬੰਦਿਆਂ ਤੋਂ ਮਾਫੀ ਮੰਗਦਾ। ਜਸਵੰਤ ਭਾਜੀ, ਜਿੱਥੇ ਧਰਮ ਦਾ ਖਿਆਲ ਹੈ ਜੀ, ਉਦੋਂ ਉਸ ਮੈਂ ਚੀਜ਼ ਤੋਂ ਮਾਫੀ ਮੰਗਦਾ। ਲੇਕਿਨ ਮੇਰਾ ਮਾਫੀ ਮੰਗਣ ਵਾਲਾ ਮਤਲਬ ਜਿਨ੍ਹਾਂ ਦੇ ਮੈਨੂੰ ਅੱਜ ਦੁਪਹਿਰ ਤੋਂ ਫੋਨ ਆਏ ਆ, ਜਾਂ ਕੋਈ ਐਰੇ ਵਗੈਰੇ ਬੰਦੇ, ਜਾਂ ਜਿਨ੍ਹਾਂ ਨੇ ਮੈਨੂੰ ਕਿਹਾ ਤੈਨੂੰ ਦੇਖਾਂਗੇ, ਮੈਂ ਉਹਨਾਂ ਤੋਂ ਕੋਈ ਡਰਦਾ ਨਹੀਂ। ਬੇਪਰਵਾਹ ਬੰਦਾ, 55 ਸਾਲ ਦੀ ਉਮਰ ਹੋ ਗਈ ਆ, ਤੇ ਇੱਕ ਦਿਨ ਮਰਨਾ ਆਪਾਂ, ਗੱਲ ਹੀ ਕੋਈ ਨਹੀਂ। ਹਾਂ ਜਸਵੰਤ ਭਾਜੀ, ਇੱਕ ਗੱਲ ਦਾ ਦੂਜਾ ਵਾਧਾ ਕਰ ਦਿਓ, ਤੇ ਤੁਸੀਂ ਕਿਹੜੀ ਸੁਸਾਇਟੀ ਦੇ ਮੈਂਬਰ ਹੋ, ਕਿਹੜੀ ਸਭਾ ਦੇ ਮੈਂਬਰ ਹੋ? ਜ਼ਬਰ ਵਿਰੋਧੀ ਐਕਸ਼ਨ ਐਂਡ ਵੈਲਫੇਅਰ ਕਮੇਟੀ ਸਾਡੀ। ਜਿੱਦਾਂ ਅੰਬੇਦਕਰ ਜੀ ਆ ਉਹਨੂੰ ਬੋਲਿਆ ਹੁੰਦਾ, ਤਾਂ ਉਹਨਾਂ ਬਰਾਦਰੀਆਂ ਨੇ, ਮੈਂ ਬਰਾਦਰੀ ਦੀ ਨਹੀਂ ਗੱਲ ਕਰਦਾ, ਮੈਂ ਤਾਂ ਵਿਸਪਰਸ਼ੀ ਜਿਹਾ ਬੰਦਾ, ਤਾਂ ਸਿਮਰਜੀਤ ਸਿੰਘ ਮਾਨ ਦਾ ਧੂੰਆਂ ਕੱਢ ਦੇਣਾ ਸੀਗਾ। ਤੇ ਜਿਹੜੇ ਸਾਡੇ ਪੰਜਾਬੀ ਲੋਕੀ ਆ ਹੈ ਨਾ, ਤੇ ਉਹ ਕਹਿੰਦੇ ਅਸੀਂ ਬੜੇ ਮਤਲਬ ਬੜਕਾ ਮਾਰਦੇ ਹਾਂ, ਤੇ ਗੱਲ ਹੀ ਕੋਈ ਨਹੀਂ। ਮੈਂ ਸਵੇਰੇ ਕਾਂਚੀ ਫੋਨ ਕੀਤਾ ਜੀ, ਜਿਹੜੀ ਮੁਸਲਮਾਨਾਂ ਦੀ ਸਭ ਤੋਂ ਵੱਡੀ ਮਸਜਿਦ ਆ, ਉਹਨੇ ਮਲੇਰਕੋਟਲੇ ਫੋਨ ਕੀਤਾ ਜੀ, ਉੱਥੋਂ ਇੱਕ ਮੈਂਬਰ ਆ ਗਿਆ ਜੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ। ਉਹ ਕਹਿੰਦੇ ਵੀ ਜੇ ਤੁਹਾਤੋਂ ਨਹੀਂ ਮੁੱਦਾ ਹੱਲ ਹੋਏਗਾ ਅਸੀਂ ਕਰਾਂਗੇ। ਮੈਨੂੰ ਕੁਝ ਕਮੈਂਟ ਪਾਉਣ ਵਾਲੇ ਕਹਿੰਦੇ ਤੂੰ ਆਪਣੇ ਪੁੱਤ ਭੇਜ, ਆਪਣੇ ਬੱਚੇ ਭੇਜ, ਤੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਉਹ ਸੋਹਣਿਓ, ਮੈਨੂੰ ਕਹਿਣ ਵਾਲੇ ਮੇਰੀਆਂ ਲੱਤਾਂ ਬਹੁਤ ਭਾਰ ਚੱਲਦੀਆਂ, ਮੇਰੀਆਂ ਲੱਤਾਂ ਸ਼ਹੀਦ ਭਗਤ ਸਿੰਘ ਵਾਲੀਆਂ ਹੀ ਆ। ਭਗਤ ਸਿੰਘ ਨਾਲੋਂ ਵੱਧ ਹੀ ਕਰਕੇ ਦਿਖਾਵਾਂਗਾ, ਘੱਟ ਨਹੀਂ ਕਰਾਂਗਾ। ਹਾਂ ਜਸਵੰਤ ਭਾ, ਇਹ ਗੱਲ ਜੇ ਸਿਮਰਨਜੀਤ ਸਿੰਘ ਮਾਨ ਸਿਆਣੇ ਹੋ ਗਏ, ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਇਦਾਂ ਦੀਆਂ ਗੱਲਾਂ ਨਿਕਲਦੀਆਂ ਕਿ ਸਾਨੂੰ ਸ਼ੋਭਾ ਦੇਣੀ ਇਦਾਂ ਦੀਆਂ ਗੱਲਾਂ ਕਰਨੀਆਂ। ਮੈਂ ਇਹ ਕਹਿਣਾ ਚਾਹੁੰਦਾ ਜੀ, ਦੇਖੋ ਜਿਹੜਾ ਪ੍ਰਕਾਸ਼ ਸਿੰਘ ਬਾਦਲ ਬਹੁਤ ਬੰਦਾ ਵਧੀਆ ਸੀ, ਉਹਨੇ ਬਹੁਤ ਲੋਕਾਂ ਦੇ ਕੰਮ ਕੀਤੇ ਆ, ਨੈਸ਼ਨਲ ਹਾਈਵੇ ਵਗੈਰਾ। ਕੈਪਟਨ ਨੇ ਤਾਂ 5 ਸਾਲ ਜਾਂ ਇਹਨਾਂ 'ਚ ਕੁਛ ਨਹੀਂ ਕੀਤਾ, ਪਹਿਲਾਂ ਕੀਤਾ ਹੋਊਗਾ, ਮੈਂ ਐਡਾ ਧਿਆਨ ਨਹੀਂ ਮਾਰਿਆ। 4.5 ਸਾਲ ਕੈਪਟਨ ਰੂਸਾ ਆਲਮ ਨੂੰ ਲੈ ਕੇ ਬੈਠਾ ਰਿਹਾ, ਉਹਨੇ ਕਾਂਗਰਸ ਖਤਮ ਕਰ ਦਿੱਤੀ। ਹੁਣ ਧਿਰ ਕੋਈ ਨਹੀਂ ਸੀਗੀ, ਦੀਪ ਸਿੱਧੂ ਤੇ ਮੂਸੇਵਾਲਾ ਦੇ ਸਿਰ ਤੇ ਇਹ ਜਿੱਤ ਗਿਆ। ਮੈਂ ਇਹਨੂੰ ਕਹਿੰਦਾ, ਸਿਮਰਜੀਤ ਸਿੰਘ ਮਾਨ ਨੂੰ ਕਹਿੰਦਾ, ਬਜ਼ੁਰਗ ਆ, ਕਿ ਤੁਸੀਂ ਠੀਕ ਆ, ਪੋਲੀਟੀਕਲ 'ਚ ਵਧੋ, ਮੁੱਖ ਮੰਤਰੀ ਬਣੋ, ਵਾਹਿਗੁਰੂ ਤੁਹਾਡਾ ਭਲਾ ਕਰੇ, ਤਰੱਕੀਆਂ ਬਖਸ਼ੇ। ਲੇਕਿਨ ਭਗਤ ਸਿੰਘ ਅੱਤਵਾਦੀ ਆ ਕਿਹੜੀ ਇੱਕੋ ਗੱਲ ਬੇਵਕੂਫ ਪੜ ਕੇ ਬੈਠਾ। ਉਹਨੇ ਅਸੈਂਬਲੀ 'ਚ ਬੰਬ ਮਾਰਿਆ ਸੀ, ਉਹਨੇ ਨਕਲੀ ਮਾਰਿਆ ਸੀ ਬੰਬ। ਸਿਮਰਜੀਤ ਸਿੰਘ ਮਾਨ ਉਹਨੇ ਬੰਬ ਨਕਲੀ ਮਾਰਿਆ ਸੀ। ਮੈਨੂੰ ਆਪਣੇ ਉਹ ਟੋਟਕੇ ਦੇਣ ਵਾਲਿਆਂ ਤੋਂ ਫੋਨ ਕਰਵਾ ਰਿਹਾ ਨਾ, ਨੋ ਪ੍ਰੋਬਲਮ, ਮੈਂ ਕੋਈ ਡਰਨੇ ਵਾਲਾ ਥੋੜ੍ਹਾ। ਭਗਤ ਸਿੰਘ ਦਾ ਮੁੱਦਾ ਚੱਕਿਆ, ਮੈਂ ਕੋਈ ਡਰਨੇ ਵਾਲਾ ਜੀ? ਮੈਂ ਸ਼ਹੀਦ ਭਗਤ ਸਿੰਘ ਦਾ ਮੁੱਦਾ ਚੱਕਿਆ ਜੀ। ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੇ ਹੋ ਤੁਸੀਂ? ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੇ ਨਹੀਂ। ਭਗਤ ਸਿੰਘ ਨੇ ਜੋ ਕਹਿ ਦਿੱਤਾ, ਉਹਦੀ ਸੋਚ ਤੇ ਇਕੱਲਾ ਪਹਿਰਾ ਨਹੀਂ ਦੇਣਾ, ਵੀ ਉਹਨੇ ਜੋ ਬੋਲਿਆ ਸੀ ਉਹ ਲੋਕਾਂ ਨੂੰ ਦੱਸੀਏ, ਉਧਰੋਂ ਮੈਂ ਵੱਧ ਕਰਕੇ ਦਿਖਾਊਂਗਾ। ਹਾਂ, ਜਾਂਦੇ ਹੁਣ ਦਸਤਾਰ ਦਾ ਮੁੱਦਾ ਉੱਠਿਆ, ਬੜਾ ਵਿਵਾਦ ਬਣ ਗਿਆ, ਅੱਗ ਵਾਂਗੂ ਇਹ ਗੱਲ ਫੈਲ ਗਈ। ਜਾਂਦੇ ਇਹ ਕਿੱਥੇ ਇਹਨਾਂ ਨੂੰ ਮੁਕਾਓ ਕਿੱਥੇ ਕਰੋਗੇ ਕਿ ਇਹ ਦਸਤਾਰ ਦੀ ਲਾਉਣ ਦੀ ਗੱਲ, ਕਿਉਂਕਿ ਬੜੀ ਮੁਸ਼ਕਿਲ ਨਾਲ ਜਿਹੜੀ ਦਸਤਾਰ ਜਿਹੜੀ ਸਾਡੇ ਸਿਰਾਂ ਤੇ ਸਜੀ, ਜੇ ਅੱਜ ਅਸੀਂ ਇਹ ਦਸਤਾਰ ਦੇ ਬਾਰੇ ਕੁਝ ਬੋਲਦੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਵੀ ਸੋਚਣ ਦੀ ਲੋੜ ਆ। ਕੀ ਕਹਿਣਾ ਚਾਹੋਗੇ? ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਜੀ, ਜਿਹੜੇ ਸਿੱਖ ਆ ਨਾ, ਧਰਮੀ ਆ, ਮੇਰਾ ਮੁੱਦਾ ਕੋਈ ਨਿੱਜੀ ਨਹੀਂ ਹੈਗਾ ਜੀ। ਨਾ ਮੈਂ ਕੋਈ ਕਿਸੇ ਦਾ ਵਿਕਿਆ ਜੀ, ਨਾ ਮੈਂ ਖਰੀਦਿਆ ਜੀ, ਨਾ ਮੈਨੂੰ ਕਿਸੇ ਨੇ ਪੈਸੇ ਦੇ ਕੇ ਬਿਠਾ ਲਿਆ ਜੀ। ਕਮੇਟੀ ਦਾ ਖਰਚਾ ਸਾਰਾ ਆਪਣੀ ਜੇਬ 'ਚੋਂ ਕਰ ਰਹੇ ਹਾਂ ਜੀ, ਨੰਬਰ 1 ਜੀ। ਨੰਬਰ 2 'ਤੇ ਜਿਹੜੀ ਦਸਤਾਰ ਦੀ ਗੱਲ ਰਹਿ ਗਈ, ਦਸਤਾਰ ਸਿਰਫ ਸਿਮਰਜੀਤ ਸਿੰਘ ਮਾਨ ਦੀ ਬਾਰੇ ਗੱਲ ਕੀਤੀ ਆ। ਅਗਰ ਧਾਰਮੀ ਲੋਕਾਂ ਨੂੰ
ਧਾਰਮੀ ਲੋਕਾਂ ਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਲਈ ਸੀਸ ਦੇਣ ਨੂੰ ਤਿਆਰ ਖੜੇ ਹੋ ਗਏ ਸੀਗੇ, ਉਹਨਾਂ ਦੀ ਸੋਚ ਵਾਲਿਆਂ ਤੋਂ ਮੈਂ ਮਾਫੀ ਮੰਗਦਾ, ਉਹਨਾਂ ਦੀ ਸੋਚ ਵਾਲਿਆਂ ਤੋਂ। ਹਾਂ, ਥੈਂਕ ਯੂ। ਤੁਸੀਂ ਦੇਖਿਆ ਕਿ ਸਾਡੇ ਨਾਲ ਸੀਗੇ ਜਸਵੰਤ ਭਾਟਾ ਜੀ। ਸਵੇਰ ਦੀ ਇੱਕ ਜਿਹੜੀ ਗੱਲ ਜਿਹੜੀ ਆ ਉਹ ਬੜੀ ਅੱਗ ਵਾਂਗ ਫੈਲੀ ਜਾ ਰਹੀ ਸੀ ਕਿ ਜਸਵੰਤ ਜੀ ਹੁਣ ਜਿਹੜਾ ਦਸਤਾਰ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਵਿਵਾਦਤ ਜਿਹੜਾ ਬਿਆਨ ਦਿੱਤਾ, ਪਰ ਨਾਲ ਦੀ ਨਾਲ ਜਦੋਂ ਸਾਡੀ ਗੱਲਬਾਤ ਜਸਵੰਤ ਜੀ ਹੁਣਾਂ ਨਾਲ ਹੋਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ, ਉਹ ਦਸਤਾਰ ਦੀ ਕਦਰ ਕਰਦੇ ਨੇ, ਉਹ ਸਾਰੇ ਧਰਮਾਂ ਦੀ ਕਦਰ ਕਰਦੇ ਨੇ, ਪਰ ਕਿਤੇ ਨਾ ਕਿਤੇ ਜੇ ਕਿਤੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਨੂੰ ਇਹ ਅੱਤਵਾਦੀ ਕਿਹਾ ਜਾਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵੀ ਹਿਰਦੇ ਨੂੰ ਜਿਹੜੀ ਆ ਉਹ ਸੱਟ ਜ਼ਰੂਰ ਲੱਗਦੀ ਹੈ। ਨਾਲ ਉਹਨੇ ਇਹ ਵੀ ਗੱਲ ਕਹੀ ਕਿ ਜੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਅੱਤਵਾਦੀ ਹੁੰਦੇ ਤਾਂ ਉਹਨਾਂ ਨੇ ਜਿਹੜਾ ਅਸੈਂਬਲੀ ਦੇ ਵਿੱਚ ਬੰਬ ਸੁੱਟਣਾ ਸੀ ਉਹ ਨਕਲੀ ਸੁੱਟਣਾ ਸੀ, ਓਰੀਜਨਲ ਹੋਣਾ ਸੀ, ਔਰ ਸਾਰੀ ਅਸੈਂਬਲੀ ਦਾ ਜਿਹੜਾ ਉਹ ਸਫਾਇਆ ਹੋ ਜਾਣਾ ਸੀ। ਪਰ ਨਾਲ ਹੀ ਜਿਹੜੀ ਇਹ ਗੱਲ ਉਹਨਾਂ ਨੇ ਮੁੱਕਦੀ ਇਹ ਗੱਲ ਕੀਤੀ ਕਿ ਜੇ ਮੇਰੇ ਲਫ਼ਜ਼ਾਂ ਦੇ ਨਾਲ ਕਿਸੇ ਨੂੰ ਧਰਮੀ ਬੰਦੇ ਨੂੰ ਦਸਤਾਰ ਦੇ ਨੂੰ ਲੈ ਕੇ ਮਨ ਨੂੰ ਕਿਸੇ ਨੂੰ ਠੇਸ ਪਹੁੰਚੀ ਹੈ, ਉਹਦੇ ਲਈ ਉਹ ਮਾਫੀ ਮੰਗਦੇ ਨੇ। ਉਹ ਹੋ ਸਕਦਾ ਹੈ ਕਿ ਜਦੋਂ ਕਿਸੇ ਦੀ ਜ਼ੁਬਾਨ ਦੇ ਵਿੱਚੋਂ, ਕਿਉਂਕਿ ਜਦੋਂ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦ ਨਿਕਲ ਜਾਂਦਾ ਉਹ ਵਾਪਸ ਨਹੀਂ ਆਉਂਦਾ, ਪਰ ਜਦੋਂ ਅਸੀਂ ਚਾਹੁੰਦੇ ਹਾਂ ਕਿ ਇਸ ਸਾਰੇ ਮਸਲੇ ਦਾ ਹੱਲ ਹੋ ਜਾਵੇ ਤੇ ਫਿਰ ਉਹਨਾਂ ਨੇ ਇਸ ਦੀ ਜਿਹੜੀ ਆ ਉਹ ਨਿਮਰਤਾਪੂਰਵਕ ਉਹਨਾਂ ਲੋਕਾਂ ਦੇ ਕੋਲੋਂ ਜਿਹੜਾ ਉਹ ਖਿਮਾ ਦੇ ਜਾਚਕ ਹੋਏ ਨੇ ਕਿ ਜਿਹੜੇ ਲੋਕ ਧਰਮੀ ਬੰਦੇ ਨੇ, ਜੇ ਉਹਨਾਂ ਦੇ ਦਿਲ ਦੁਖੀ ਨੇ ਤਾਂ ਉਹ ਇਸ ਲਈ ਮਾਫੀ ਮੰਗਦੇ ਨੇ। ਤੇ ਸਾਨੂੰ ਵੀ ਉਮੀਦ ਹੈ ਕਿ ਜਿਹੜਾ ਮਸਲਾ ਜਿਹੜਾ ਆ ਉਹ ਇੱਥੇ ਹੀ ਠੰਡਾ ਹੋ ਜਾਣਾ ਚਾਹੀਦਾ, ਕਿਉਂਕਿ ਪੰਜਾਬ ਨੂੰ ਲੋੜ ਆ। ਪੰਜਾਬ ਇੱਕ ਇੱਦਾਂ ਦੀ ਸਥਿਤੀ ਦੇ ਵਿੱਚੋਂ ਨਿਕਲ ਰਿਹਾ ਜਿੱਥੇ ਥੋੜ੍ਹੀ ਜਿਹੀ ਤੀਲੀ ਲਾਉਣ ਦੀ ਲੋੜ ਆ, ਉੱਥੇ ਅੱਗ ਜਿਹੜੀ ਆ ਉਹ ਆਪੇ ਲੱਗ ਜਾਣੀ ਆ। ਖੁਦਾ ਖੈਰ ਕਰੇ ਔਰ ਬਚਾਵੇ ਪੰਜਾਬ ਨੂੰ ਬੁਰੀਆਂ ਨਜ਼ਰਾਂ ਤੋਂ, ਅਤੇ ਫਿਰ ਉਸੇ ਤਰ੍ਹਾਂ ਆਪਾਂ ਜਿਹੜਾ ਇਹ ਸਾਰੇ ਜਿਹੜੇ ਵਿਵਾਦਾਂ ਨੂੰ ਛੱਡ ਕੇ ਕਿਸੇ ਦੇ ਬਾਰੇ ਵੀ ਕੁਝ ਗਲਤ ਨਾ ਬੋਲੀਏ, ਇਸ ਆਸ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਕੈਮਰਾਮੈਨ ਗੁਰਪ੍ਰੀਤ ਬੰਗੜ ਦੇ ਨਾਲ ਲਾਲ ਕਮਲ, ਡੇਲੀ ਪੋਸਟ ਪੰਜਾਬੀ ਲਈ।